ਇਹ ਜਿਹੜਾ 10 ਤਰੀਕ ਦਾ ਇਕੱਠ ਰੱਖਿਆ ਗਿਆ ਹੈ, ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਹੋਰਾਂ ਵੱਲੋਂ ਇੱਕ ਸੁਨੇਹਾ, ਇੱਕ ਆਦੇਸ਼ ਜਿਹੜਾ ਸੀ ਦਿੱਲੀ ਤੋਂ ਭੇਜਿਆ ਗਿਆ ਜੇਲ੍ਹ ਚੋਂ। ਜੇਲ੍ਹ ਵਿੱਚ ਬੰਦ ਉਸ ਨੌਜਵਾਨ ਨੂੰ ਜਿਹੜਾ ਅੱਜ ਮਤਲਬ 50 ਸਾਲਾਂ ਨੂੰ ਢੁੱਕ ਗਿਆ ਔਰ 21 ਸਾਲਾਂ ਦੀ ਉਮਰ ਦੇ ਵਿੱਚ ਜੇਲ੍ਹ 'ਚ ਗਿਆ, ਉਹਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਹੋਇਆਂ ਸਿੱਖ ਸੰਗਤਾਂ ਵੀ ਪਹੁੰਚਣ। ਐਕਟਿੰਗ ਜਥੇਦਾਰ ਤੇ ਦੋਹਾਂ ਗੱਲਾਂ 'ਚ ਹੀ ਫੇਲ ਨੇ, ਨਾ ਤੇ ਉਹ ਸਰਬੱਤ ਖਾਲਸਾ ਵੱਲੋਂ ਚੁਣੇ ਗਏ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨੂੰ 12 ਸਾਲ ਹੋ ਗਿਆ, ਸੋ ਉਹ ਵੀ ਕਾਨੂੰਨੀ ਤੌਰ ਤੇ ਜਾਇਜ਼ ਨਹੀਂ। ਸੋ ਉਹ ਕਿਸੇ ਵੀ ਹਾਲਤ ਦੇ ਵਿੱਚ ਇਸ ਸਥਿਤੀ 'ਚ ਨਹੀਂ। ਔਰ ਜਿਹੜੀ ਮੀਟਿੰਗ ਉਹਨਾਂ ਨੇ ਬੁਲਾਈ ਹੈ ਉਹਦਾ ਦਾਇਰਾ ਬਹੁਤ ਸੰਕੀਰਨ ਕਰਕੇ ਉਹਨਾਂ ਨੇ ਸੰਕੇਤ ਦੇ ਦਿੱਤਾ ਕਿ ਉਹਨਾਂ ਦੇ ਮਨ ਦੇ ਵਿੱਚ ਇੱਕੋ ਇੱਕ ਪਰਿਵਾਰ ਦੀ ਰੀਐਸਟੈਬਲਿਸ਼ਮੈਂਟ ਹੈ, ਕਿਉਂਕਿ ਆਗੂ ਤਾਂ ਉਹੀ ਹੈ ਨਾ ਜਿਹੜਾ ਸੰਕਟ ਦੇ ਸਮੇਂ ਪੰਥ ਦੇ ਨਾਲ ਖੜਾ ਨਜ਼ਰ ਆਵੇ। ਤਾਂ ਉਹਨਾਂ ਨੇ ਆਦੇਸ਼ ਕੀਤਾ ਕਿ ਤੁਸੀਂ ਸਭ ਨੂੰ ਖੁੱਲ੍ਹਾ ਸੱਦਾ ਦਿਓ, ਸਾਰੇ ਪਹੁੰਚਣ। ਯਾਨੀ ਕਿ ਤੁਹਾਡੇ ਨਾਲ ਜਿਹੜੇ ਸਹਿਮਤ ਨਹੀਂ ਉਹ ਵੀ ਆਉਣ ਬੇਸ਼ੱਕ। ਬਿਲਕੁਲ ਆਉਣ, ਜੀ ਆਇਆ, ਪਰ ਸੰਵਾਦ ਜਿਹੜਾ ਹੈਗਾ ਉਹ ਸਲੀਕੇ ਨਾਲ ਕੀਤਾ ਜਾਵੇ। ਕਲਾਕਾਰਾਂ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ, ਇਸੇ ਤਰ੍ਹਾਂ ਦਾਦੂਵਾਲ ਆਏ ਉਹਨਾਂ ਦਾ, ਹੋਰ ਵੀ ਕਈ ਇਨਸੀਡੈਂਟ ਇੱਥੇ ਹੋਏ। ਉਹਦੇ ਨਾਲ ਮੋਰਚੇ ਦੀ ਛਵੀ ਨੂੰ ਨੁਕਸਾਨ ਪਹੁੰਚਿਆ। ਉਹਦੇ ਲਈ ਬਾਰ-ਬਾਰ ਮੋਰਚੇ ਦੇ ਪ੍ਰਬੰਧਕਾਂ ਨੇ ਮਾਫੀਆਂ ਮੰਗੀਆਂ। ਸਿੱਖੀ ਦਾ ਤੇ ਪੰਜਾਬ ਦਾ ਜਿਹੜਾ ਅਕਸ ਹੈ ਉਹਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਔਰ ਉਹਦੇ 'ਚੋਂ ਸਫਲ ਹੋਏ। ਇਹ ਕੌਮੀ ਇਨਸਾਫ ਮੋਰਚਾ ਸੰਗਤਾਂ ਤੇ ਸਧਾਰਨ ਆਗੂਆਂ ਵੱਲੋਂ ਖੜਾ ਕੀਤਾ ਗਿਆ ਹੈ। ਇਹਦਾ ਨੁਕਸਾਨ ਕਰਨਾ, ਇਹਦੀ ਛਵੀ ਦਾ ਨੁਕਸਾਨ ਕਰਨਾ ਉਹਨਾਂ ਲੋਕਾਂ ਦੇ ਖੱਬੇ ਹੱਥ ਦਾ ਕੰਮ ਹੈ। ਤੁਸੀਂ ਦੇਖਿਆ, ਮੈਨੂੰ ਵੀ ਗਾਲਾਂ ਕੱਢੀਆਂ ਗਈਆਂ, ਮੈਨੂੰ ਵੀ ਕਾਮਰੇਡ ਕਿਹਾ ਗਿਆ, ਪਰ ਮੈਂ ਮੋਰਚੇ ਦੇ ਨਾਲ ਹਮੇਸ਼ਾ ਜੁੜਿਆ ਰਿਹਾ, ਧੂੜ ਬਣ ਕੇ ਜੁੜਿਆ ਰਿਹਾ। ਜਿਨ੍ਹਾਂ ਨੇ ਇਸ ਹੱਸਦੇ ਵਸਦੇ ਪੰਜਾਬ ਨੂੰ ਉਜਾੜਨ ਤੱਕ ਕਾਮਯਾਬੀ ਹਾਸਲ ਕਰ ਲਈ, ਉਹਨਾਂ ਦੇ ਸਾਹਮਣੇ ਬਲਵਿੰਦਰ ਸਿੰਘ ਤਾਂ ਇੱਕ ਕੀੜਾ ਆ, ਇੱਕ ਪਤੰਗਾ ਆ। ਅੱਜ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਡੇ ਰੂਪ 'ਚ ਸੰਗਤਾਂ ਨੂੰ ਲੈ ਕੇ ਆਈ। ਤੁਸੀਂ ਦੇਖਿਓ, ਜਿਹੜੀਆਂ ਟਰਾਲੀਆਂ ਜਲੰਧਰ ਪਾਰ ਕਰ ਚੁੱਕੀਆਂ ਨੇ, ਰਾਤੇ ਰਾਤ ਉਹਨਾਂ ਨੇ ਇੱਥੇ ਆ ਜਾਣਾ। ਕੱਲ੍ਹ ਨੂੰ ਇਹ ਮੋਰਚਾ ਪਹਿਲਾਂ ਨਾਲੋਂ ਵੀ ਵੱਡਾ ਹੋਇਆ ਨਜ਼ਰ ਆਏਗਾ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਲਗਾਤਾਰ ਪੰਥਕ ਵਿਚਾਰਾਂ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਹੁਣ ਤੋਂ ਕੁਝ ਦਿਨ ਪਹਿਲਾਂ ਵੱਡੇ ਤੌਰ ਤੇ ਇਕੱਠ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਹੁੰਦਾ ਹੈ, ਉਸ ਦੇ ਵਿੱਚ ਕਈ ਤਰ੍ਹਾਂ ਦੀਆਂ ਵਿਚਾਰ ਚਰਚਾਵਾਂ ਹੁੰਦੀਆਂ ਨੇ ਤੇ ਫਿਰ ਨਾਲ ਹੀ ਜੇ ਦੇਖਿਆ ਜਾਵੇ ਤਾਂ ਹੁਣ ਇੱਕ ਇਕੱਠ ਹੈ ਜਿਹੜਾ ਉਹ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਕੀਤਾ ਜਾ ਰਿਹਾ। ਉਹਦੇ ਵਿੱਚ ਮੁੱਖ ਤੌਰ ਤੇ ਜੇ ਕਿਹਾ ਜਾਵੇ ਜਿੰਨੇ ਸਿੱਖ ਜਥੇਬੰਦੀਆਂ ਸੰਪਰਦਾਵਾਂ ਦੇ ਨਾਲ ਜੁੜੇ ਲੋਕ ਨੇ ਉਹਦੇ ਵਿਚਾਰ ਚਰਚਾ ਰੱਖਣਗੇ ਤੇ ਆਖਰਕਾਰ ਇੱਕ ਤਾਂ ਇਹਦਾ ਮਕਸਦ ਕੀ ਰਹੂਗਾ ਤੇ ਦੂਜੇ ਪਾਸੇ ਇਹ ਕਿ ਆਖਰਕਾਰ ਜਥੇਦਾਰ ਕਿਹਨੂੰ ਮੰਨਿਆ ਜਾਵੇ। ਸਾਡੇ ਨਾਲ ਬਲਵਿੰਦਰ ਜੀ ਨੇ। ਬਲਵਿੰਦਰ ਜੀ, ਦੇਖਿਆ ਜਾਵੇ ਤੁਸੀਂ ਵੱਡੀ ਵਿਚਾਰ ਚਰਚਾ ਇਹ ਬੁਲਾਈ ਆ ਤਾਂ ਉਹਦੇ ਵਿੱਚ ਜ਼ਾਹਿਰ ਜੀ ਗੱਲ ਹੈ ਕਿ ਇਹਦੇ ਜਿਹੜੇ ਨਤੀਜੇ ਨੇ ਉਹ ਤੁਸੀਂ ਇੱਕ ਕੌਮ ਨੂੰ ਸਪਸ਼ਟ ਹੋ ਸਕੇ ਕਿ ਆਖਰ ਕੀ ਚਾਹੁੰਦੇ ਆ ਸਿੱਖ ਤੇ ਕੀ ਪੂਰਾ ਇੱਕ ਜੇ ਕਹੀਏ ਇੱਕ ਕਾਮਨ ਤੌਰ ਤੇ ਨਤੀਜਾ ਨਿਕਲ ਕੇ ਸਾਹਮਣੇ ਆਵੇ। ਕੀ ਲੱਗਦਾ ਆਖਰਕਾਰ ਇਹ ਚਰਚਾ ਦੀ ਆਖਰ ਲੋੜ ਕਿਉਂ ਤੁਹਾਨੂੰ ਦਿਖਦੀ ਹੈ, ਕਿਉਂਕਿ ਹੁਣ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਤੇ ਵੀ ਇਕੱਠ ਵੱਡਾ ਹੋ ਚੁੱਕਿਆ ਹੈਗਾ। ਦੇਖੋ, ਗੱਲ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਸਿੱਖ ਮਸਲਿਆਂ ਦੇ ਉੱਤੇ ਜਿਹੜੇ ਮੌਜੂਦਾ ਹਾਲਾਤ ਬਣੇ ਨੇ ਉਹਨਾਂ ਪ੍ਰਤੀ ਹਰ ਸੰਜੀਦਾ ਬੰਦਾ ਜਿਹੜਾ ਹੈਗਾ ਉਹ ਚਿੰਤਤ ਹੈ। ਇਹਦੇ ਉੱਤੇ ਇਹ ਜਿਹੜਾ 10 ਤਰੀਕ ਦਾ ਇਕੱਠ ਰੱਖਿਆ ਗਿਆ ਹੈ, ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਹੋਰਾਂ ਵੱਲੋਂ ਇੱਕ ਸੁਨੇਹਾ, ਇੱਕ ਆਦੇਸ਼ ਜਿਹੜਾ ਸੀ ਦਿੱਲੀ ਤੋਂ ਭੇਜਿਆ ਗਿਆ ਜੇਲ੍ਹ ਚੋਂ। ਔਰ ਉਹਨਾਂ ਨੇ ਸਾਰੇ ਸਿੱਖ ਆਗੂਆਂ ਨੂੰ, ਸਿੱਖ ਸੰਪਰਦਾਵਾਂ ਨੂੰ, ਸਿੱਖ ਜਥੇਬੰਦੀਆਂ ਨੂੰ ਔਰ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀਆਂ ਜਥੇਬੰਦੀਆਂ ਜਾਂ ਜਿਹੜੇ ਲੋਕ ਚੱਬੇ ਦੀ ਧਰਤੀ ਤੇ ਇਕੱਠੇ ਹੋਏ, ਜਿਹੜੀਆਂ ਸੰਗਤਾਂ ਔਰ ਵਿਸ਼ੇਸ਼ ਤੌਰ ਤੇ ਜਿਹੜੇ ਨੁਮਾਇੰਦਾ ਲੋਕ ਨੇ, ਜਿਹੜੇ ਪ੍ਰਤੀਨਿਧਤਾ ਕਰਦੇ ਨੇ, ਹਨਾ, ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਖੁੱਲ੍ਹਾ ਸੱਦਾ ਦਿਓ। ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨੀ ਦੇਖਿਆ ਗਿਆ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਇੱਕ ਪਰਿਵਾਰ ਆਪਣੀ ਰੀਐਸਟੈਬਲਿਸ਼ਮੈਂਟ ਲਈ ਕਿਵੇਂ ਘੇਰਾ ਜਿਹੜਾ ਹੈਗਾ ਉਹ ਸੌੜਾ ਕਰਦਾ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ। ਕਿੱਡੀ ਹੈਰਾਨੀ ਦੀ ਗੱਲ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਕਿਹਾ ਕਿ ਕੇਵਲ ਉਹੀ ਲੋਕ ਆਉਣ ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਹੈ ਨਾ, ਔਰ ਦੂਸਰੇ ਉੱਥੇ ਲੋਕ ਜਾਣ ਵੀ ਨਹੀਂ ਦਿੱਤੇ ਗਏ। ਇੱਥੋਂ ਤੱਕ ਕਿ ਮਤਲਬ ਜਿਹੜੇ ਪ੍ਰਧਾਨ ਰਹੇ ਆ ਹਰਿਆਣਾ ਕਮੇਟੀ ਦੇ, ਉਹ ਵੀ ਉੱਥੇ
ਗਏ ਸੀਗੇ। ਦਾਦੂਵਾਲ ਹੋਰਾਂ ਦੀ ਗੱਲ ਹਾਂਜੀ, ਦਾਦੂਵਾਲ ਹੋਰੀ ਵੀ ਗਏ ਸੀ। ਉਹਦੇ ਤੋਂ ਇਲਾਵਾ ਟਪਾਲੀ ਹੋਰੀ ਵੀ ਹੈ ਨਾ, ਉਹ ਵੀ ਉੱਥੇ ਪਹੁੰਚੇ ਸੀ। ਕੁਝ ਹੋਰ ਵੀ ਬਹੁਤ ਸਾਰੇ ਲੋਕ ਉੱਥੇ ਦੇਖੇ ਗਏ, ਪਰ ਉਹਨਾਂ ਨੂੰ ਉਸ ਮੀਟਿੰਗ ਦੇ ਵਿੱਚ ਸ਼ਿਰਕਤ ਨਹੀਂ ਕਰਨ ਦਿੱਤੀ ਗਈ ਹੈ ਨਾ। ਤਾਂ ਸਿੱਖੀ ਦੇ ਵਿੱਚ ਸੰਵਾਦ ਦੀ ਇੱਕ ਬਹੁਤ ਉੱਚੀ ਅਵਸਥਾ ਹੈ। ਚਰਚਾ ਜਿਹੜੀ ਹੈਗੀ ਆ ਉਹ ਗੁਰੂ ਸਾਹਿਬ ਦਾ ਆਦੇਸ਼ ਹੈ ਕਿ ਉਹ ਹੋਣੀ ਚਾਹੀਦੀ ਹੈ ਨਾ। ਠੀਕ ਹੈ, ਕੁਝ ਵਿਵਾਦ ਨੇ, ਕੁਝ ਮੁੱਦੇ ਨੇ, ਕੁਝ ਬਣਾਏ ਗਏ ਨੇ, ਕੁਝ ਬਣ ਗਏ, ਕੁਝ ਸੱਚਮੁੱਚ ਹੈਗੇ ਨੇ, ਕੁਝ ਖੜੇ ਕੀਤੇ ਗਏ ਨੇ, ਪਰ ਅਸੀਂ ਉਹਦਾ ਜੇ ਕੋਈ ਹੱਲ ਕਰਨਾ ਤਾਂ ਉਹ ਸੰਵਾਦ ਨਾਲ ਹੀ ਹੋ ਸਕਦਾ। ਤਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਹੋਰਾਂ ਦੀ ਸਲਾਹ ਤੇ ਆਦੇਸ਼ ਦੇ ਨਾਲ ਹੀ ਇਹ ਮੋਰਚਾ ਲੱਗਿਆ। ਉਹਨਾਂ ਦੀ ਇੱਕ ਸੋਚ ਸੀ ਕਿ ਪੰਥ ਇਕੱਠਾ ਹੋਵੇ, ਤਾਂ ਉਸੇ ਸੋਚ ਦੇ ਵਿੱਚੋਂ ਹੀ ਦੁਬਾਰਾ ਮਤਲਬ ਜਿਹੜਾ ਹੈਗਾ ਅੱਜ ਦੀ ਮੌਜੂਦਾ ਸਥਿਤੀ ਦੇ ਉੱਤੇ, ਕਿਉਂਕਿ ਆਗੂ ਤਾਂ ਉਹੀ ਹੈ ਨਾ ਜਿਹੜਾ ਸੰਕਟ ਦੇ ਸਮੇਂ ਪੰਥ ਦੇ ਨਾਲ ਖੜਾ ਨਜ਼ਰ ਆਵੇ, ਤਾਂ ਉਹਨਾਂ ਨੇ ਆਦੇਸ਼ ਕੀਤਾ ਕਿ ਤੁਸੀਂ ਸਭ ਨੂੰ ਖੁੱਲਾ ਸੱਦਾ ਦਿਓ, ਸਾਰੇ ਪਹੁੰਚਣ। ਯਾਨੀ ਕਿ ਤੁਹਾਡੇ ਨਾਲ ਜਿਹੜੇ ਸਹਿਮਤ ਨਹੀਂ ਉਹ ਵੀ ਆਉਣ ਬੇਸ਼ੱਕ। ਬਿਲਕੁਲ ਆਉਣ, ਜੀ ਆਇਆਂ, ਪਰ ਸੰਵਾਦ ਜਿਹੜਾ ਹੈਗਾ ਉਹ ਸਲੀਕੇ ਨਾਲ ਕੀਤਾ ਜਾਵੇ। ਸੰਵਾਦ ਜਿਹੜਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਦਾਇਰੇ 'ਚ ਰਹਿ ਕੇ ਕੀਤਾ ਜਾਵੇ। ਸੰਵਾਦ ਜਿਹੜਾ ਹੈ ਉਹ ਸਿੱਖਾਂ ਦੇ ਸ਼ਾਨਾ ਮੱਤੇ ਇਤਿਹਾਸ ਨੂੰ ਸਾਹਮਣੇ ਰੱਖ ਕੇ ਉਹਦੇ ਤੇ ਨਜ਼ਰ ਮਾਰ ਕੇ ਕੀਤਾ ਜਾਏ। ਠੀਕ ਹੈ ਨਾ, ਮਤਲਬ ਆਪਦੀ ਗੱਲ ਮਨਾਉਣ ਲਈ ਡਾਂਗ ਨਹੀਂ ਚੱਕਣੀ, ਗਾਲਾਂ ਨਹੀਂ ਕੱਢਣੀਆਂ। ਪਰ ਹੁਣ ਤੋਂ ਪਹਿਲਾਂ ਦੇਖਿਆ ਜਾਵੇ ਬਲਵਿੰਦਰ ਜੀ, ਜਿਵੇਂ ਜਦੋਂ ਮੋਰਚੇ ਦੀ ਸ਼ੁਰੂਆਤ ਹੁੰਦੀ ਆ ਉਦੋਂ ਕਈ ਇਨਸੀਡੈਂਟ ਇਸ ਤਰ੍ਹਾਂ ਦੇ ਅਸੀਂ ਦੇਖੇ ਕਿ ਕਈ ਲੋਕ ਉਰੇ ਆਏ, ਜਿਸ 'ਚ ਧਾਮੀ ਹੋਰੇ ਵੀ ਮੌਜੂਦ ਸੀਗੇ, ਜੇ ਕਿਹਾ ਜਾਵੇ ਕਿ ਉਹ ਵੀ ਸ਼ਾਮਲ ਨੇ ਇਸ ਦੇ ਵਿੱਚ, ਤਾਂ ਕੜਾ ਵਿਰੋਧ ਉਹਨਾਂ ਦਾ ਦੇਖਣ ਨੂੰ ਮਿਲਿਆ ਸੀ। ਹੁਣ ਜਦੋਂ ਤੁਸੀਂ ਵੱਡੇ ਤੌਰ ਤੇ ਜਿਵੇਂ ਕਹੀਏ ਕਿ ਜਥੇਬੰਦੀਆਂ ਦੇ ਆਗੂ ਹੋਣਗੇ, ਬਹੁਤ ਸਾਰਿਆਂ ਦੇ ਅਸੀਂ ਦੇਖਦੇ ਹਾਂ ਵੀ ਕਈਆਂ ਦੇ ਵਿਚਾਰ ਤਕਰਾਰ ਆਪਸ ਦੇ ਵਿੱਚ ਹੈਗੇ ਨੇਗੇ, ਕੀ ਸਮਝਦੇ ਵੀ ਜਦੋਂ ਉਹਨਾਂ ਨੇ ਉਸ ਦਿਨ ਆਉਣਾ ਤਾਂ ਇਸ ਚੀਜ਼ ਦੀ ਤੁਸੀਂ ਪਹਿਲਾਂ ਸ਼ੋਰਟੀ ਕਰੋਗੇ ਵੀ ਕੋਈ ਕਿਸੇ ਦਾ ਵਿਰੋਧ ਨਾ ਕਰੇ? ਜਿਵੇਂ ਤੁਸੀਂ ਕਿਹਾ ਵੀ ਵਿਚਾਰ ਚਰਚਾ ਉਹਦੇ ਵਿੱਚ ਜਿਹੜਾ ਕਿ ਤੁਸੀਂ ਆਪਦੀ ਗੱਲ ਰੱਖ ਸਕਦੇ ਹੋ, ਹਾਂ ਕਿਸੇ ਤਰ੍ਹਾਂ ਦੇ ਨਾਲ ਜਿਹੜਾ ਕਿ ਕਿਸੇ ਦੇ ਖਿਲਾਫ ਨਾ ਬੋਲੋ, ਜਾਂ ਕਹੀਏ ਕਿ ਵਿਰੋਧ ਉਸ ਤਰੀਕੇ ਦਾ ਨਾ ਹੋਵੇ ਜਿਹੜਾ ਕਿ ਕੱਲ ਨੂੰ ਜਾ ਕੇ ਕਿਤੇ ਨਾ ਕਿਤੇ ਛਵੀ ਮਾੜੀ ਪੇਸ਼ ਕਰੇ। ਦੇਖੋ, ਮੈਂ ਬੇਨਤੀ ਕਰਾਂ, ਪਿਛਲੇ ਸਮੇਂ ਦੇ ਵਿੱਚ ਕੁਝ ਕਲਾਕਾਰਾਂ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ, ਇਸੇ ਤਰ੍ਹਾਂ ਦਾਦੂਵਾਲ ਆਏ ਉਹਨਾਂ ਦਾ, ਹੋਰ ਵੀ ਕਈ ਇਨਸੀਡੈਂਟ ਇੱਥੇ ਹੋਏ, ਉਹਦੇ ਨਾਲ ਮੋਰਚੇ ਦੀ ਛਵੀ ਨੂੰ ਨੁਕਸਾਨ ਪਹੁੰਚਿਆ। ਉਹਦੇ ਲਈ ਬਾਰ-ਬਾਰ ਮੋਰਚੇ ਦੇ ਪ੍ਰਬੰਧਕਾਂ ਨੇ ਮਾਫੀਆਂ ਮੰਗੀਆਂ। ਇੱਕ ਮੈਂ ਬੇਨਤੀ ਕਰਾਂ ਕਿ ਜਿਨ੍ਹਾਂ ਤਾਕਤਾਂ ਨੇ ਸਿੱਖ ਪੰਥ ਦਾ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਣ ਸਨਮਾਨ ਜਿਹੜਾ ਹੈਗਾ ਉਹ ਢਹਿ ਢੇਰੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਸਿੱਖੀ ਦਾ ਤੇ ਪੰਜਾਬ ਦਾ ਜਿਹੜਾ ਅਕਸ ਹੈ ਉਹਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਔਰ ਉਹਦੇ 'ਚੋਂ ਸਫਲ ਹੋਏ। ਇਹ ਕੌਮੀ ਇਨਸਾਫ ਮੋਰਚਾ ਸੰਗਤਾਂ ਤੇ ਸਧਾਰਨ ਆਗੂਆਂ ਵੱਲੋਂ ਖੜਾ ਕੀਤਾ ਗਿਆ ਹੈ। ਇਹਦਾ ਨੁਕਸਾਨ ਕਰਨਾ, ਇਹਦੀ ਛਵੀ ਦਾ ਨੁਕਸਾਨ ਕਰਨਾ ਉਹਨਾਂ ਲੋਕਾਂ ਦੇ ਖੱਬੇ ਹੱਥ ਦਾ ਕੰਮ ਹੈ। ਪਰ ਹਰ ਆਗੂ ਨੂੰ ਜੇ ਉਹ ਸੱਚਮੁੱਚ ਸਿੱਖੀ ਨੂੰ ਚੜ੍ਹਦੀ ਕਲਾ ਵਿੱਚ ਦੇਖਣਾ ਚਾਹੁੰਦਾ ਹੈ, ਪੰਥ ਨੂੰ ਤੇ ਪੰਜਾਬ ਨੂੰ ਇਹਦੀ ਉਹ ਸ਼ੋਭਾ ਮੁੜ ਬਹਾਲ ਕਰਨੀ ਚਾਹੁੰਦਾ ਹੈ, ਤਾਂ ਮੇਰਾ ਖਿਆਲ ਹੈ ਕਿ ਸਾਨੂੰ ਭਾਈ ਲੱਦਾ ਬਣਨਾ ਪਏਗਾ। ਤੁਸੀਂ ਦੇਖਿਆ, ਮੈਨੂੰ ਵੀ ਗਾਲਾਂ ਕੱਢੀਆਂ ਗਈਆਂ, ਮੈਨੂੰ ਵੀ ਕਾਮਰੇਡ ਕਿਹਾ ਗਿਆ, ਪਰ ਮੈਂ ਮੋਰਚੇ ਦੇ ਨਾਲ ਹਮੇਸ਼ਾ ਜੁੜਿਆ ਰਿਹਾ, ਧੂੜ ਬਣ ਕੇ ਜੁੜਿਆ ਰਿਹਾ। ਤੁਸੀਂ ਇਹ ਵੀ ਦੇਖਿਆ ਹੋਣਾ, ਤੁਹਾਡੇ, ਮੇਰਾ ਖਿਆਲ ਤੁਹਾਡਾ ਸਪੋਕਸਮੈਨ ਚੈਨਲ ਹੈ, ਤੁਸੀਂ 8 ਫਰਵਰੀ ਦਾ ਉਹ ਦਿਨ ਵੀ ਦੇਖਿਆ ਜਿਸ ਵੇਲੇ ਇੱਕ ਪਾਸੇ ਨੰਗੀਆਂ ਤਲਵਾਰਾਂ ਸਨ, ਦੂਸਰੇ ਪਾਸੇ ਪੁਲਿਸ ਦੀਆਂ ਪਾਣੀ ਦੀਆਂ ਵਿਛਾੜਾਂ ਸਨ, ਹੱਥ ਗੋਲੇ ਸਨ ਤੇ ਬੰਦੂਕਾਂ ਸਨ। ਬਲਵਿੰਦਰ ਸਿੰਘ ਉੱਥੇ ਵੀ ਖੜਾ ਰਿਹਾ, ਤੁਸੀਂ ਉਹਦੀਆਂ ਵੀਡੀਓਜ਼ ਲੱਖਾਂ ਲੋਕਾਂ ਨੂੰ ਦਿਖਾਈਆਂ, ਕਿਉਂਕਿ ਬਲਵਿੰਦਰ ਸਿੰਘ ਜੇ ਕਿਸੇ ਦਾ ਸਿਰ ਨਹੀਂ ਲੈ ਸਕਦਾ ਤਾਂ ਸਿਰ ਦੇ ਤੇ ਸਕਦਾ ਨਾ, ਤਾਂ ਜਿੱਥੇ ਲੋੜ ਹੈ ਉੱਥੇ ਖੜੇ ਆ। ਚਾਹੇ ਜਿੰਨਾ ਮਰਜ਼ੀ ਬੁਰਾ ਭਲਾ ਕਿਹਾ ਗਿਆ, ਮੈਂ ਮੋਰਚੇ ਦੇ ਵਿੱਚ ਉਸੇ ਤਰ੍ਹਾਂ ਜੁੜਿਆ ਰਿਹਾ, ਕਿਉਂਕਿ ਸਾਡੇ ਅਹਿਮ ਦੇ ਨਾਲੋਂ ਮੋਰਚਾ ਬਹੁਤ ਅਹਿਮ ਹੈ। ਤੁਹਾਡੇ ਇਸੇ ਗੱਲ ਤੋਂ ਮੇਰੀ ਇੱਕ ਗੱਲ ਯਾਦ ਆ ਗਈ ਵਿੱਚ, ਜੋ ਤੁਸੀਂ ਕਿਹਾ ਕਿ ਆਖਰਕਾਰ ਤੁਹਾਨੂੰ ਕਾਮਰੇਡ ਕਿਹਾ ਗਿਆ,
ਟਵਿੱਟਰ ਦੇ ਉੱਤੇ ਤੇ ਫੇਸਬੁੱਕ ਦੇ ਉੱਤੇ ਜੇ ਕਿਹਾ ਜਾਵੇ, ਟਵਿੱਟਰ ਤੇ ਮੈਂ ਤਾਂ ਜ਼ਿਕਰ ਕਰਿਆ ਕਿਉਂਕਿ ਜ਼ਿਆਦਾਤਰ ਉੱਥੇ ਜਿਹੜੀ ਸੰਗਤ ਬੈਠੀ ਆ ਉਹ ਬਹੁਤ ਸੂਝਵਾਨ ਤੇ ਪੜ੍ਹੀ ਲਿਖੀ ਵੀ ਹੈ, ਤੇ ਨਾਲ ਨਾਲ ਗੱਲ ਇਹ ਵੀ ਹੈ ਚੰਗੇ ਵਿਚਾਰ ਚਰਚਾ ਉੱਥੇ ਕਰਦੀ ਆ। ਉਹਦੇ ਬਾਵਜੂਦ ਦੇਖਿਆ ਜਾਵੇ ਤੁਹਾਡੀਆਂ ਫੋਟੋਆਂ ਉੱਥੇ ਟਰੋਲ ਕੀਤੀਆਂ ਜਾ ਰਹੀਆਂ ਨੇ ਲਗਾਤਾਰ, ਤੇ ਉਹ ਅਕਾਊਂਟਸ ਨੇਗੇ, ਹਾਲਾਂਕਿ ਉਹਨਾਂ ਦੇ ਆਇਡੈਂਟੀਟੀ ਤਾਂ ਦਿਖਾਉਂਦੇ ਨਹੀਂ, ਪਰ ਉਹ ਅਕਾਊਂਟਸ ਨੇ ਜਿਨ੍ਹਾਂ ਤੇ ਅਕਸਰ ਅਸੀਂ ਦੇਖਦੇ ਹਾਂ ਵੀ ਸਿੱਖੀ ਨੂੰ ਲੈ ਕੇ ਬਹੁਤ ਉੱਚੀ ਵਿਚਾਰ ਚਰਚਾ ਦੀ ਪੇਸ਼ ਕਰੀ ਜਾਂਦੀ ਹੈ, ਵੀ ਸ਼ਾਇਦ ਉਹੀ ਲੋਕ ਨੇ ਜਿਹੜੇ ਸਿੱਖੀ ਬਾਰੇ ਜਾਣਦੇ ਨੇ, ਬਾਕੀਆਂ ਨੂੰ ਸ਼ਾਇਦ ਘੱਟ ਪਤਾ ਹੋ ਸਕਦਾ। ਦੇਖੋ, ਇਹਦੇ 'ਚ ਮੈਂ ਮਾਫ ਕਰਨਾ, ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਵੀ ਨੂੰ, ਜਿਨ੍ਹਾਂ ਨੇ ਪੰਥ ਦੀ ਛਵੀ ਨੂੰ, ਜਿਨ੍ਹਾਂ ਨੇ ਸਾਡੀਆਂ ਵੱਡੀਆਂ ਸੰਪਰਦਾਵਾਂ ਦੀ ਛਵੀ ਨੂੰ, ਜਿਨ੍ਹਾਂ ਨੇ ਇਸ ਹੱਸਦੇ ਵਸਦੇ ਪੰਜਾਬ ਨੂੰ ਉਜਾੜਨ ਤੱਕ ਕਾਮਯਾਬੀ ਹਾਸਲ ਕਰ ਲਈ, ਉਹਨਾਂ ਦੇ ਸਾਹਮਣੇ ਬਲਵਿੰਦਰ ਸਿੰਘ ਤਾਂ ਇੱਕ ਕੀੜਾ ਆ, ਇੱਕ ਪਤੰਗਾ ਆ। ਠੀਕ ਹੈ। ਸੋ ਜਿਸ ਤਰ੍ਹਾਂ ਮੈਂ ਆਪਦੀ ਹਰ ਤਰ੍ਹਾਂ ਦੀ ਬੇਇੱਜ਼ਤੀ ਸਹਿਣ ਕਰਕੇ ਇਸ ਮੋਰਚੇ ਦੇ ਨਾਲ ਇੱਕ ਕੀੜੀ ਦੇ ਵਾਂਗ ਯਤਨ ਕਰ ਰਿਹਾ, ਉਸੇ ਤਰ੍ਹਾਂ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਸੀ ਉੱਥੇ ਹੀ ਲੈ ਕੇ ਆਈਏ। ਉਹਨਾਂ ਸਾਰੇ ਮੁੜ ਆਗੂਆਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਪੰਥ ਨੂੰ ਇੱਕ ਗਲਵੱਕੜੀ ਦੇ ਵਿੱਚ ਇਕੱਠਾ ਕਰੀਏ। ਠੀਕ ਹੈ। ਆਪਾਂ ਉਹਨਾਂ ਲੋਕਾਂ ਨੂੰ ਪਛਾਣੀਏ ਜਿਹੜੇ ਮਜਬੂਰ ਨੇ ਕਿ ਉਹਨਾਂ ਨੇ ਪੰਥ ਦਾ ਨੁਕਸਾਨ ਕਰਨਾ ਹੀ ਕਰਨਾ, ਪਰ ਜਿਹੜੇ ਬੰਦੇ ਸੱਚਮੁੱਚ ਕੁਝ ਹੋਇਆ ਵੇਖਣਾ ਚਾਹੁੰਦੇ ਨੇ, ਭਾਵੇਂ ਐਸਜੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਉਹਦੇ ਵਿੱਚ ਨੇ, ਉਹ ਵੀ ਜ਼ਰੂਰ ਆਉਣ। ਦੁਬਾਰਾ ਫੇਰ ਮੈਂ ਬੇਨਤੀ ਕਰਦਾ। ਸੋ ਕਹਿਣ ਦਾ ਭਾਵ ਇਹ ਹੈ ਕਿ ਉਹ ਜਿਨ੍ਹਾਂ ਨੇ ਗਾਲਾਂ ਕੱਢਣੀਆਂ ਨੇ, ਜਿਨ੍ਹਾਂ ਨੇ ਧਮਕੀਆਂ ਦੇਣੀਆਂ ਨੇ, ਉਹਨਾਂ ਨੇ ਆਪਣਾ ਕੰਮ ਕਰੀ ਜਾਣਾ, ਪਰ ਸਿੱਖੀ ਬਹੁਤ ਵੱਡੀ ਹੈ। ਸਾਨੂੰ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਜਿਹੜਾ ਹੈਗਾ, ਦੇਖੋ ਅੱਜ ਮੋਰਚਾ 1 ਅਪ੍ਰੈਲ ਤੱਕ ਤੁਸੀਂ ਪਿਛਲੇ 20 ਦਿਨ ਮੋਰਚਾ ਦੇਖਿਆ, ਮੋਰਚੇ ਦੇ ਤੰਬੂ ਖਾਲੀ ਹੋ ਗਏ ਸਨ, ਮੋਰਚਾ ਢਹਿੰਦੀਆਂ ਕਲਾਂ ਦੇ ਵਿੱਚ ਸੀ। 1 ਤਰੀਕ ਨੂੰ ਮੋਰਚਾ ਫੇਰ ਖੜਾ ਹੋਣਾ ਸ਼ੁਰੂ ਹੋਇਆ, ਕਾਰਾਂ ਆਉਣ ਲੱਗੀਆਂ, ਸੰਗਤ ਆਉਣ ਲੱਗੀ। ਅੱਜ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਡੇ ਰੂਪ 'ਚ ਸੰਗਤਾਂ ਨੂੰ ਲੈ ਕੇ ਆਈ। ਤੁਸੀਂ ਦੇਖਿਓ ਜਿਹੜੀਆਂ ਟਰਾਲੀਆਂ ਜਲੰਧਰ ਪਾਰ ਕਰ ਚੁੱਕੀਆਂ ਨੇ, ਰਾਤੇ ਰਾਤ ਉਹਨਾਂ ਨੇ ਇੱਥੇ ਆ ਜਾਣਾ। ਕੱਲ੍ਹ ਨੂੰ ਇਹ ਮੋਰਚਾ ਪਹਿਲਾਂ ਨਾਲੋਂ ਵੀ ਵੱਡਾ ਹੋਇਆ ਨਜ਼ਰ ਆਏਗਾ। ਸੋ ਇਹ ਸਭ ਗੁਰੂ ਦੀ ਕਿਰਪਾ ਆ। ਬਾਕੀ ਦੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਮੁੜ ਬੇਨਤੀ ਕਰਦੇ ਹਾਂ, ਤੁਹਾਡੇ ਜਰੀਏ ਵੀ ਉਹਨਾਂ ਕੋਲੇ ਜਾਵਾਂਗੇ ਵੀ। ਸਾਡੇ ਕਨਵੀਨਰ ਸਾਹਿਬ ਬੈਠੇ ਨੇ, ਅਸੀਂ ਸਾਰੇ ਜਣੇ, ਸਾਰੀ ਟੀਮ ਜਿਹੜੀ ਹੈਗੀ ਆ ਲੈ ਕੇ ਜਾਵਾਂਗੇ। ਅੱਜ ਮੋਰਚੇ 'ਚ ਤੁਸੀਂ ਦੇਖਿਆ ਬਹੁਤ ਸਾਰੀਆਂ ਕਮੇਟੀਆਂ ਉਹਦਾ ਅਨਾਉਂਸ ਕੀਤਾ ਗਿਆ, ਉਹਦੇ 'ਚ ਬੁਲਾਰੇ ਲਾਏ ਗਏ ਨੇ, ਸਵਾਗਤੀ ਕਮੇਟੀ ਬਣਾਈ ਗਈ ਹੈ, ਅਨੁਸ਼ਾਸਨੀ ਕਮੇਟੀ ਬਣਾਈ ਗਈ ਹੈ। ਸੋ ਸਾਨੂੰ ਕੁਝ ਵੀ ਆਉਂਦਾ ਨਹੀਂ ਸੀ, ਸੰਗਤਾਂ ਨੇ ਪਿਆਰ ਦਿੱਤਾ, ਮੋਰਚਾ ਬਹੁਤ ਵੱਡਾ ਹੋ ਗਿਆ। ਪਰ ਉਸ ਤੋਂ ਬਾਅਦ ਇਹਦੀ ਛਵੀ ਖਰਾਬ ਕਰਨ ਵਾਲਿਆਂ ਨੇ ਇਹਨੂੰ ਜਿਹੜਾ ਸੀਗਾ ਉਹ ਖੰਡਾ ਦਿੱਤਾ। ਪਰ ਅੱਜ ਮੁੜ ਗੁਰੂ ਦੀ ਬਖਸ਼ਿਸ਼ ਦੇ ਨਾਲ ਮੋਰਚਾ ਫੇਰ ਉੱਪਰ ਨੂੰ ਜਾਣ ਲੱਗ ਪਿਆ। ਸੋ 10 ਤਰੀਕ ਨੂੰ ਅਸੀਂ ਤੁਹਾਡੇ ਜਰੀਏ ਸਾਰੀਆਂ ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸਾਰੇ ਸਿੱਖ ਆਗੂਆਂ, ਸਿੱਖ ਵਿਦਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਸ ਦਿਨ ਤੁਸੀਂ ਇੱਥੇ ਆਓ। ਉਸ ਦਿਨ ਗੱਲ ਲੰਬੀ ਹੋਵੇਗੀ ਤੇ ਅਗਲੇ ਦਿਨ ਆ ਜਾਓ, ਅਗਲੇ ਦਿਨ ਲੰਬੀ ਹੋਵੇਗੀ ਤੇ ਉਦੋਂ ਅਗਲੇ ਦਿਨ ਆ ਜਾਓ। ਸਾਨੂੰ ਹਫ਼ਤਾ ਵੀ ਵਿਚਾਰ ਕਰਨੀ ਪਵੇ ਤਾਂ ਸਾਨੂੰ ਕਰਨੀ ਚਾਹੀਦੀ ਹੈ, ਸਬਰ ਦੇ ਨਾਲ, ਸਿਰੜ ਦੇ ਨਾਲ। ਬਿਲਕੁਲ ਸਾਨੂੰ ਕਿਸੇ ਨਤੀਜੇ ਤੇ ਪਹੁੰਚਣਾ ਚਾਹੀਦਾ। ਸੋ ਤੁਹਾਡੇ ਜਰੀਏ ਅਸੀਂ ਜਿਨ੍ਹਾਂ ਦੇ ਨਾਲ ਕੋਈ ਮਨਮਟਾਵ ਵੀ ਹੈ, ਉਹਨਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਕੌਮੀ ਇਨਸਾਫ ਮੋਰਚੇ ਦੀ ਇਸ ਬੇਨਤੀ ਨੂੰ, ਜੇਲ੍ਹ ਵਿੱਚ ਬੰਦ ਉਸ ਨੌਜਵਾਨ ਨੂੰ ਜਿਹੜਾ ਅੱਜ ਮਤਲਬ 50 ਸਾਲਾਂ ਨੂੰ ਢੁੱਕ ਗਿਆ ਔਰ 21 ਸਾਲਾਂ ਦੀ ਉਮਰ ਦੇ ਵਿੱਚ ਜੇਲ੍ਹ 'ਚ ਗਿਆ, ਉਹਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਹੋਇਆਂ ਸਿੱਖ ਸੰਗਤਾਂ ਵੀ ਪਹੁੰਚਣ ਔਰ ਇਸੇ ਤਰ੍ਹਾਂ ਸਾਡੀਆਂ ਸੰਪਰਦਾਵਾਂ ਦੇ ਆਗੂ, ਸਾਡੇ ਬੁੱਧੀਜੀਵੀ, ਸਾਡੇ ਮਹਾਂਪੁਰਸ਼, ਰਾਗੀ, ਢਾਡੀ, ਪ੍ਰਚਾਰਕ। ਦੇਖੋ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੇ ਵੱਡੇ ਨਾਮਵਰ ਪ੍ਰਚਾਰਕ ਜਿਹੜੇ ਨੇ ਉਹ ਇਸ ਮੋਰਚੇ ਤੋਂ ਦੂਰ ਰਹੇ ਹੈ। ਕੁਝ ਆਏ ਹੈ ਪਰ ਬਹੁਤੇ ਦੂਰ ਰਹੇ ਆ। ਮਨ ਨੂੰ ਬੜੀ ਠੇਸ ਪਹੁੰਚਦੀ ਹੈ ਕਿਉਂਕਿ ਉਹਨਾਂ ਨੇ ਤੇ ਕੌਮ ਨੂੰ ਸੇਧ ਦੇਣੀ ਹੈ। ਆਪਾਂ 4 ਬਹੁਤ ਵੱਡੀਆਂ ਮੰਗਾਂ ਲੈ ਕੇ ਇੱਥੇ ਬੈਠੇ ਹਾਂ, ਉਹਨਾਂ ਸਾਰਿਆਂ ਨੂੰ ਇਸ ਮੋਰਚੇ ਦੇ ਵਿੱਚ ਆਉਣਾ ਚਾਹੀਦਾ। ਸੋ ਅੱਜ ਮੋਰਚੇ ਵੱਲੋਂ ਇੱਕ ਮਾਣ ਦਿੱਤਾ ਗਿਆ ਬੁਲਾਰੇ ਦਾ, ਤੇ ਇੱਕ ਬੁਲਾਰੇ ਵਜੋਂ ਜਿਹੜਾ ਹੈਗਾ ਮੈਂ ਸਾਰੀਆਂ ਸਿੱਖ ਸੰਗਤਾਂ ਦੇ ਚਰਨਾਂ ਦੇ ਵਿੱਚ, ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਆਓ ਇਸ ਮੋਰਚੇ ਨੂੰ ਮੁੜ ਖੜਾ ਕਰੀਏ, ਕਿਉਂਕਿ ਇਸ ਜਿੱਤ ਦੇ ਹਲਾਰੇ ਨਾਲ ਪੰਜਾਬ ਨੇ ਨਵੀਂ ਅੰਗੜਾਈ ਭਰਨੀ ਹੈ, ਨਵਾਂ ਸੂਰਜ ਪੰਜਾਬ ਦੇ ਵਿੱਚ ਚੜ੍ਹਨਾ ਹੈ। ਪੰਥ ਦੇ ਉੱਤੇ ਜਿਹੜੇ ਬੱਦਲ ਬਣੇ ਨੇ ਉਹ ਛੱਟ ਜਾਣੇ ਹੈ ਤੇ ਸਿੱਖਾਂ ਨੇ ਅੱਗੇ ਵਧਣਾ ਹੈ। ਇੱਕ ਲਾਸਟ ਸਵਾਲ ਹੈ ਜਿਹੜਾ ਕਿ ਮੈਂ ਸ਼ੁਰੂ ਦੇ ਵਿੱਚ ਹੀ ਉਹ ਕਰਿਆ ਸੀਗਾ ਕਿ ਆਖਰਕਾਰ ਦੇਖੋ ਜਿਹੜਾ ਅੰਮ੍ਰਿਤਪਾਲ ਦੇ ਵੱਲੋਂ ਕਿਹਾ ਗਿਆ ਕਿ ਮੈਂ ਜਥੇਦਾਰ ਸਾਹਿਬ ਨੂੰ ਰਿਕੁਐਸਟ ਕਰਦਾ ਕਿ ਉਹ ਸਰਬੱਤ ਖਾਲਸਾ ਬੁਲਾਉਣ, ਕਿਉਂਕਿ ਔਖੀ ਘੜੀ ਹੈਗੀ ਕੌਮ ਤੇ ਵੀ ਤੇ ਉਹਨਾਂ ਦੀ ਵੀ ਪ੍ਰੀਖਿਆ ਦੀ ਘੜੀ ਹੈ।
ਦੂਜੇ ਪਾਸੇ ਦੇਖਿਆ ਜਾਵੇ ਦੂਸਰੇ ਦਿਨ ਮੇਰੇ ਖਿਆਲ 'ਚ ਸ਼ਾਇਦ ਪ੍ਰੈਸ ਨੋਟ ਤੁਹਾਡੇ ਵੱਲੋਂ ਜਾਰੀ ਕੀਤਾ ਗਿਆ ਕਿ ਆਖਰ ਜਥੇਦਾਰ ਤਾਂ ਜਿਹੜੇ ਨੇ ਕਿ ਸਰਬੱਤ ਖਾਲਸਾ ਦੇ ਵਿੱਚ ਭਾਈ ਹਵਾਰਾ ਜੀ ਨੂੰ ਥਾਪਿਆ ਗਿਆ ਗਾ। ਹੁਣ ਆਖਰਕਾਰ ਕੌਮ ਦੇ ਅੱਗੇ ਤੁਸੀਂ ਦੇਖਦੇ ਨੇ ਵੀ ਜਦੋਂ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਸਥਿਤੀ ਖੜੀ ਹੋ ਜਾਂਦੀ ਵੀ ਆਖਰ ਕਿਹਨੂੰ ਫਿਰ ਮੰਨਣ। ਕੌਮ ਦੇ ਅੱਗੇ ਜਦੋਂ ਦੋ ਚੀਜ਼ਾਂ ਜਾਣਗੀਆਂ ਤਾਂ ਕੁਝ ਲੋਕ ਇੱਧਰ ਹੋਣਗੇ, ਕੁਝ ਲੋਕ ਉੱਧਰ। ਦੇਖੋ ਭਾਈ ਹਰਪ੍ਰੀਤ ਸਿੰਘ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਇੱਕ ਪਰਿਵਾਰ ਨੂੰ ਸਥਾਪਿਤ ਕਰਨ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਬਿਆਨ ਦਿੱਤੇ ਆ, ਸਾਰੇ ਜਾਣਦੇ ਨੇ। ਇੱਕ ਜੇ ਸਿਧਾਂਤਕ ਤੌਰ ਤੇ ਦੇਖੀਏ ਦੋ ਪਹਿਲੂ ਨੇ। ਇੱਕ ਤੇ ਸਰਬੱਤ ਖਾਲਸਾ ਦੁਆਰਾ ਚੁਣਿਆ ਜਾਣਾ ਜਥੇਦਾਰ ਦੀ ਇੱਕ ਉਹ ਪਰੰਪਰਾ ਹੈ। ਇੱਕ ਪਰੰਪਰਾ ਉਹ ਚੱਲੀ ਆ ਰਹੀ ਹੈ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਜਥੇਦਾਰ ਚੁਣਿਆ ਜਾਂਦਾ ਹੈ। ਮਾਫ ਕਰਨਾ, ਐਕਟਿੰਗ ਜਥੇਦਾਰ ਤੇ ਦੋਹਾਂ ਗੱਲਾਂ 'ਚ ਹੀ ਫੇਲ ਨੇ। ਨਾ ਤੇ ਉਹ ਸਰਬੱਤ ਖਾਲਸਾ ਵੱਲੋਂ ਚੁਣੇ ਗਏ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨੂੰ 12 ਸਾਲ ਹੋ ਗਿਆ। ਸੋ ਉਹ ਵੀ ਕਾਨੂੰਨੀ ਤੌਰ ਤੇ ਜਾਇਜ਼ ਨਹੀਂ। ਸੋ ਉਹ ਕਿਸੇ ਵੀ ਹਾਲਤ ਦੇ ਵਿੱਚ ਇਸ ਸਥਿਤੀ 'ਚ ਨਹੀਂ। ਔਰ ਜਿਹੜੀ ਮੀਟਿੰਗ ਉਹਨਾਂ ਨੇ ਬੁਲਾਈ ਹੈ ਉਹਦਾ ਦਾਇਰਾ ਬਹੁਤ ਸੰਕੀਰਨ ਕਰਕੇ ਉਹਨਾਂ ਨੇ ਸੰਕੇਤ ਦੇ ਦਿੱਤਾ ਕਿ ਉਹਨਾਂ ਦੇ ਮਨ ਦੇ ਵਿੱਚ ਇੱਕੋ ਇੱਕ ਪਰਿਵਾਰ ਦੀ ਰੀਐਸਟੈਬਲਿਸ਼ਮੈਂਟ ਹੈ। ਸੋ ਉਹਦੇ ਵਿੱਚ ਸਿੱਖ ਸੰਗਤਾਂ ਨੂੰ ਇਸੇ ਦੁਬਿਧਾ ਦੇ ਵਿੱਚੋਂ ਕੱਢਣ ਲਈ ਨੁਮਾਇੰਦਾ ਸਿੱਖਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਸਿੱਖਾਂ ਦੀਆਂ ਪੰਥ ਦੀਆਂ ਸੰਗਤਾਂ ਦੀਆਂ ਅੱਖਾਂ ਦੇ ਮੂਹਰੇ ਜਿਹੜਾ ਇੱਕ ਪਰਦਾ ਪਾ ਦਿੱਤਾ ਗਿਆ ਆ, ਉਸ ਪਰਦੇ ਨੂੰ ਚੱਕ ਕੇ ਜਿਹੜਾ ਹੈਗਾ ਉਹ ਸੱਚ ਸਾਹਮਣੇ ਕੀਤਾ ਜਾਵੇ। ਬਹੁਤ ਬਹੁਤ ਧੰਨਵਾਦ। ਤੇ ਬਿਲਕੁਲ 10 ਤਰੀਕ ਨੂੰ ਆਖਰ ਜੇ ਕਿਹਾ ਜਾਵੇ ਜਿਸ ਤਰ੍ਹਾਂ ਦੇ ਨਾਲ ਵੱਡੇ ਤੌਰ ਤੇ ਸੰਪਰਦਾਵਾਂ ਤੇ ਸਿੱਖ ਸਮੁਦਾਇਆਂ ਦੇ ਨਾਲ ਜੁੜੇ ਉਹਨਾਂ ਲੋਕਾਂ ਨੂੰ ਬੁਲਾਇਆ ਗਿਆ ਜਿਹਦੇ ਵਿੱਚ ਉਹ ਵਿਚਾਰ ਚਰਚਾ ਤਾਂ ਕਰਨ ਨਾਲ ਇਹ ਵੀ ਆ ਆਖਰਕਾਰ ਜਿਸ ਤਰ੍ਹਾਂ ਦੇ ਨਾਲ ਕਿਹਾ ਗਿਆ ਮੋਰਚੇ ਦੇ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਕਿ ਚਾਹੇ ਸਾਡੇ ਨਾਲ ਕਿਸੇ ਦੇ ਵਿਚਾਰ ਤਕਰਾਰ ਹੈਗੇ ਨੇ ਉਹ ਵੀ ਪਹੁੰਚਣ ਤੇ ਆਪਦੀ ਗੱਲ ਰੱਖਣਾ। ਹੁਣ ਗੱਲ ਆ ਗਈ ਕਿ ਆਖਰਕਾਰ ਜਿਸ ਤਰ੍ਹਾਂ ਦੇ ਨਾਲ ਜਥੇਦਾਰ ਨੂੰ ਲੈ ਕੇ ਜੇ ਕਿਹਾ ਜਾਵੇ ਕਿ ਕੌਮ ਕਿਹਨੂੰ ਮੰਨੇ ਤਾਂ ਬਲਵਿੰਦਰ ਸਿੰਘ ਨੇ ਸਪਸ਼ਟ ਸਮਝਾਇਆ ਕਿ ਆਖਰ ਅਸੀਂ ਜਿਸ ਸਰਬੱਤ ਖਾਲਸਾ ਦੀ ਗੱਲ ਹੁੰਦੀ ਆ ਉਹਦੇ 'ਚ ਚੁਣੇ ਹੋਏ ਜਥੇਦਾਰ ਦੀ ਗੱਲ ਮੰਨ ਕੇ ਹੀ ਅਗਲੇ ਹੁਕਮ ਪਗਾ ਰਹੇ ਹਾਂ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮਿਤ ਸਿੰਘ ਰੋਜ਼ਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ।